ਹੈਲੋ ਸਟੂਡੈਂਟਸ, ਮਾਈ ਨੇਮ ਇਜ਼ ਰੋਹਿਤ ਕੁਮਾਰ। ਸਿਕਿਉਰ ਫਿਊਚਰ ਅਕੈਡਮੀ ਮੁਕਤਸਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸੰਵਿਧਾਨ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਤਰ੍ਹਾਂ ਹੋਇਆ। ਤਾਂ ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਦੇ ਹਾਂ ਕਿ ਸੰਵਿਧਾਨ ਸਭਾ ਦਾ ਵਿਚਾਰ ਜੋ ਪਹਿਲੀ ਵਾਰ ਸੀ ਉਹ 1934 ਦੇ ਵਿੱਚ MN ਰॉय ਦੇ ਦੁਆਰਾ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੇ ਅਧਿਕਾਰਿਕ ਤੌਰ 'ਤੇ ਯਾਨੀ ਕਿ ਓਫੀਸ਼ਲੀ ਤੌਰ 'ਤੇ ਜਿਹੜੀ ਸੀ ਇਸ ਦੀ ਮੰਗ 1935 ਦੇ ਵਿੱਚ ਕੀਤੀ, ਜਿਸ ਨੂੰ ਸੰਵਿਧਾਨ ਸਭਾ ਲਈ ਸਿਧਾਂਤਕ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਇਸ ਨੂੰ ਅਗਸਤ ਆਫਰ 1940 ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਨੇ ਇੱਕ ਕਮਿਸ਼ਨ ਭੇਜਿਆ ਸੀ, ਠੀਕ ਹੈ, 1942 ਦੇ ਵਿੱਚ। ਉਸ ਤੋਂ ਬਾਅਦ ਇੱਕ ਕਮਿਸ਼ਨ ਭੇਜਿਆ ਸੀ 1946 ਦੇ ਵਿੱਚ, ਕੈਬਨਿਟ ਮਿਸ਼ਨ ਯੋਜਨਾ, ਜੋ 1942 ਦੇ ਵਿੱਚ ਜੋ ਕ੍ਰਿਪਸ ਮਿਸ਼ਨ ਭੇਜਿਆ ਸੀ ਉਸ ਦਾ ਬਾਈਕਾਟ ਜੋ ਹੈ ਉਹ ਮੁਸਲਿਮ ਲੀਗ ਪਾਰਟੀ ਨੇ ਕਰਤਾ ਸੀ ਅਤੇ ਇਸ ਤਰ੍ਹਾਂ ਉਸ ਦੀ ਕੋਈ ਜ਼ਿਆਦਾ ਵੈਲਿਊ ਨਹੀਂ ਰਹੀ। ਫਿਰ ਉਸ ਤੋਂ ਬਾਅਦ ਬ੍ਰਿਟਿਸ਼ ਗੌਰਮੈਂਟ ਨੇ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ 1946 ਦੇ ਵਿੱਚ ਇੱਕ ਕਮਿਸ਼ਨ ਭੇਜਿਆ ਸੀਗਾ। ਉਸ ਦੇ ਤਹਿਤ ਹੀ ਇਹ ਸਵੀਕਾਰ ਕੀਤਾ ਗਿਆ ਸੀ ਕਿ ਸੰਵਿਧਾਨ ਜੋ ਹੈ ਭਾਰਤ ਦਾ ਉਹ ਕਿਸ ਤਰੀਕੇ ਨਾਲ ਤਿਆਰ ਕੀਤਾ ਜਾਏਗਾ। ਤਾਂ ਇਹ ਨਵੰਬਰ 1946 ਦੇ ਵਿੱਚ ਸੰਵਿਧਾਨ ਤਿਆਰ ਹੋਣਾ ਸ਼ੁਰੂ ਹੋਇਆ ਸੀ। ਅਗਰ ਗੱਲ ਕਰੀਏ ਕੈਬਨਿਟ ਮਿਸ਼ਨ ਦੀ, ਤਾਂ ਕੈਬਨਿਟ ਮਿਸ਼ਨ ਦੇ ਵਿੱਚ ਜੋ 3 ਮੈਂਬਰ ਆਏ ਸੀ ਉਹਨਾਂ ਨੇ ਇੱਕ ਰਾਏ ਦਿੱਤੀ ਸੀ ਕਿ ਸੰਵਿਧਾਨ ਸਭਾ ਨੂੰ ਬਣਾਉਣ ਵਾਲੇ ਜੋ ਮੈਂਬਰ ਹੈ ਉਹ ਟੋਟਲ ਜਿਹੜੇ ਲੈਣੇ ਚਾਹੀਦੇ ਆ ਆਪਾਂ ਨੂੰ, ਉਹ ਲੈਣੇ ਚਾਹੀਦੇ ਆ 399 ਮੈਂਬਰ, 389 ਮੈਂਬਰ ਦੀ ਅਗਰ ਗੱਲ ਕਰੀਏ ਨਾ ਤਾਂ 399 ਮੈਂਬਰ ਲੈਣੇ ਚਾਹੀਦੇ। 399 ਮੈਂਬਰ ਦੇ ਵਿੱਚੋਂ ਜੋ 296 ਮੈਂਬਰ ਹੈ ਉਹ ਬ੍ਰਿਟਿਸ਼, ਜੋ ਭਾਰਤ ਦੇ ਵਿੱਚ ਜਿੱਥੇ ਜਿੱਥੇ ਬ੍ਰਿਟਿਸ਼ ਦਾ ਰਾਜ ਸੀ ਉੱਥੋਂ ਲੈਣੇ ਸੀ। ਯਾਨੀ ਕਿ ਉਸ ਸਮੇਂ ਦੇ ਵਿੱਚ ਬ੍ਰਿਟਿਸ਼ ਰਾਜ ਜਿੱਥੇ ਜਿੱਥੇ ਭਾਰਤ ਦੇ ਵਿੱਚ ਫੈਲਿਆ ਹੋਇਆ ਸੀਗਾ ਉਸ ਨੂੰ 11 ਸਟੇਟ ਦੇ ਵਿੱਚ ਵੰਡਿਆ ਹੋਇਆ ਸੀਗਾ, ਯਾਨੀ ਕਿ 11 ਜੋ ਪ੍ਰੋਵਿੰਸਸ ਦੇ ਵਿੱਚ ਵੰਡਿਆ ਹੋਇਆ ਸੀਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 4 ਚੀਫ ਕਮਿਸ਼ਨਰ ਪ੍ਰੋਵਿੰਸਸ ਸੀਗੀਆਂ, ਉਹਨਾਂ ਸਾਰੇ ਹੀ 4 ਚੀਫ ਕਮਿਸ਼ਨਰ ਪ੍ਰੋਵਿੰਸਸ ਤੋਂ ਇੱਕ ਇੱਕ ਮੈਂਬਰ ਲੈਣਾ ਸੀ, ਜਿਸ ਨਾਲ 4 ਮੈਂਬਰ ਉੱਥੋਂ ਹੋ ਗਏ ਅਤੇ ਬਾਕੀ ਜੋ 11 ਸਟੇਟ ਸੀ ਜਾਂ ਪ੍ਰੋਵਿੰਸਸ ਸੀਗੀਆਂ ਉਹਦੇ ਵਿੱਚੋਂ 292 ਮੈਂਬਰ ਲੈਣੇ ਸੀ। ਤਾਂ 292 ਅਤੇ 4 296 ਇਸ ਤਰੀਕੇ ਨਾਲ ਬ੍ਰਿਟਿਸ਼ ਇੰਡੀਆ ਤੋਂ ਜਿਹੜੇ ਆ ਉਹ 296 ਮੈਂਬਰ ਲੈਣੇ ਸੀ। 399 ਮੈਂਬਰ 'ਚ 296 ਤਾਂ ਅਸੀਂ ਬ੍ਰਿਟਿਸ਼ ਇੰਡੀਆ ਤੋਂ ਲਵਾਂਗੇ, ਲੇਕਿਨ ਬਾਕੀ ਦੇ ਜਿਹੜੇ 93 ਮੈਂਬਰ ਹੈ ਉਹ ਅਸੀਂ ਜਿਹੜੀਆਂ ਭਾਰਤੀ ਰਿਆਸਤਾਂ ਜੋ ਰਾਜਿਆਂ ਦੀ ਸੀਗੀਆਂ ਉਹਨਾਂ ਦੁਆਰਾ ਨਾਮਜ਼ਦ ਕੀਤੇ ਜਾਣੇ ਸੀ। ਦੇਖੋ ਜੋ 296 ਮੈਂਬਰ ਇਹ ਤਾਂ ਚੁਣੇ ਜਾਣੇ ਸੀਗੇ, ਔਰ ਜੋ ਜਿਸ ਤਰ੍ਹਾਂ ਅੱਜ MLA ਹੈ ਹਰ ਸਟੇਟ ਦੇ ਵਿੱਚ, ਇਸ ਤਰੀਕੇ ਨਾਲ ਉਦੋਂ ਵੀ ਸਟੇਟ ਦੇ ਵਿੱਚ ਸਮਝ ਲਓ MLA ਸੀ, ਤਾਂ ਇਹ ਉਹਨਾਂ ਨੇ ਹੀ ਆਪਸ ਦੇ ਵਿੱਚ ਵੋਟ ਪਾ ਕੇ ਚੁਣੇ ਸੀ। ਪਰ ਜੋ ਰਿਆਸਤਾਂ ਦੇ ਸੀ ਉਹ ਰਾਜੇ 'ਤੇ ਡਿਪੈਂਡ ਕਰਦਾ ਸੀ ਕਿ ਉਹ ਕਿਸ ਨੂੰ ਨਾਮਜ਼ਦ ਕਰਕੇ ਭੇਜਦੇ ਆ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਭਾਰਤੀ ਸੰਵਿਧਾਨ ਹੈ ਉਹ ਅੱਧੀ ਚੁਣੀ ਹੋਈ ਸੀ ਅਤੇ ਅੱਧੀ ਜਿਹੜੀ ਆ ਉਹ ਨਾਮਜ਼ਦ ਕੀਤੀ ਹੋਈ ਸੀ। ਫਿਰ ਉਸ ਤੋਂ ਬਾਅਦ ਇਲੈਕਸ਼ਨ ਹੁੰਦਾ ਜੁਲਾਈ ਦੇ ਵਿੱਚ। ਫਿਰ ਉਸ ਤੋਂ ਬਾਅਦ ਕਾਂਗਰਸ ਦੇ ਜਿਹੜੇ ਆ 208 ਮੈਂਬਰ ਜਿੱਤਦੇ ਆ, ਮੁਸਲਿਮ ਲੀਗ ਦੇ 73 ਮੈਂਬਰ ਜਿੱਤਦੇ ਆ। ਇਸ ਤਰ੍ਹਾਂ ਬਾਕੀ ਛੋਟੀ ਛੋਟੀ ਪਾਰਟੀਆਂ ਦੇ ਜਾਂ ਕੋਈ ਆਜ਼ਾਦ ਵੀ ਜਿੱਤਦੇ ਆ। ਇਸ ਤਰੀਕੇ ਦੇ ਨਾਲ ਜਦੋਂ ਇਲੈਕਸ਼ਨ ਹੋ ਜਾਂਦਾ ਤਾਂ ਉਸ ਸਮੇਂ ਦੇ ਵਿੱਚ ਰਿਆਸਤਾਂ ਜੋ ਜਿਨ੍ਹਾਂ ਨੇ ਨਾਮਜ਼ਦ ਕਰਨੀ ਸੀ ਉਹ ਬਾਈਕਾਟ ਕਰ ਜਾਂਦੀਆਂ। ਉਹ ਕਹਿੰਦੇ ਕਿ ਅਸੀਂ ਸੰਵਿਧਾਨ ਸਭਾ ਦੇ ਵਿੱਚ ਨਹੀਂ ਆਉਣਾ, ਠੀਕ ਹੈ ਜੀ। ਮੁਸਲਿਮ ਲੀਗ ਦੇ 73 ਮੈਂਬਰ ਜੋ ਜਿੱਤਦੇ ਆ ਉਹ ਵੀ ਬਾਈਕਾਟ ਕਰ ਜਾਂਦੇ, ਉਹ ਵੀ ਕਹਿੰਦੇ ਕਿ ਅਸੀਂ ਸੰਵਿਧਾਨ ਸਭਾ ਦੇ ਵਿੱਚ ਨਹੀਂ ਆਉਣਾ। ਇਸ ਤਰ੍ਹਾਂ ਫਿਰ ਕਾਂਗਰਸ ਅਤੇ ਕੁਛ ਹੋਰ ਜੋ ਆਜ਼ਾਦ ਜਾਂ ਫਿਰ ਕਿ ਛੋਟੀ ਮੋਟੀ ਪਾਰਟੀ ਤੋਂ ਜਿਹੜੇ ਜਿੱਤੇ ਸੀਗੇ ਉਹਨਾਂ ਦੇ ਮੈਂਬਰਾਂ ਨੇ ਰਲ ਕੇ ਫਿਰ ਪਹਿਲੀ ਮੀਟਿੰਗ ਜਿਹੜੀ ਹੈ ਸੰਵਿਧਾਨ ਸਭਾ ਦੀ ਉਹ 9 ਦਸੰਬਰ 1946 ਨੂੰ ਰੱਖੀ ਅਤੇ ਆਪਣਾ ਸੰਵਿਧਾਨ ਬਣਾਉਣ ਦਾ ਜੋ ਕੰਮ ਸੀ ਉਹ ਸ਼ੁਰੂ ਕੀਤਾ। ਲੇਕਿਨ ਫਸਟ ਟਾਈਮ ਜੋ ਵੀ ਮੈਂਬਰ ਜਿੱਤ ਗਏ ਸੀ ਇਕੱਠੇ ਹੋਏ, ਤਾਂ ਇਕੱਠੇ ਹੋਏ ਮੈਂਬਰਾਂ ਦੇ ਵਿੱਚੋਂ ਜੋ ਸਭ ਤੋਂ ਜ਼ਿਆਦਾ ਉਮਰ ਦਾ ਕਹਿ ਲਓ ਜਾਂ ਸੀਨੀਅਰ ਮੈਂਬਰ ਸੀ ਉਹ ਸੀ ਡਾਕਟਰ ਸਚਿਦਾਨੰਦ ਸਿਨਹਾ। ਉਸ ਨੂੰ ਅਸਥਾਈ ਤੌਰ 'ਤੇ ਅਸੈਂਬਲੀ ਦਾ ਯਾਨੀ ਕਿ ਸੰਵਿਧਾਨ ਸਭਾ ਦਾ ਪ੍ਰਧਾਨ ਬਣਾਇਆ ਗਿਆ। ਫਿਰ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਅਸੈਂਬਲੀ ਦਾ ਯਾਨੀ ਕਿ ਸੰਵਿਧਾਨ ਸਭਾ ਦਾ ਸਥਾਈ ਮਤਲਬ ਪੱਕਾ ਪ੍ਰਧਾਨ ਚੁਣਿਆ ਗਿਆ। ਉਸ ਤੋਂ ਬਾਅਦ ਪੱਕੇ ਤੌਰ 'ਤੇ ਡਾਕਟਰ ਰਾਜਿੰਦਰ ਪ੍ਰਸਾਦ ਹੀ ਪ੍ਰਧਾਨ ਰਹੇ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਸੰਵਿਧਾਨ ਸਭਾ ਦੇ 2 ਪ੍ਰਧਾਨ ਬਣ ਚੁੱਕੇ ਹੈ। ਇੱਕ ਨੂੰ ਅਸੀਂ ਯਾਦ ਰੱਖਣਾ ਹੁੰਦਾ ਅਸਥਾਈ ਪ੍ਰਧਾਨ ਦੇ ਤੌਰ 'ਤੇ, ਉਹ ਹੈ ਡਾਕਟਰ ਸਚਿਦਾਨੰਦ ਸਿਨਹਾ, ਔਰ ਇੱਕ ਸਥਾਈ ਤੌਰ 'ਤੇ ਪ੍ਰਧਾਨ ਉਹ ਹੈ ਡਾਕਟਰ ਰਾਜਿੰਦਰ ਪ੍ਰਸਾਦ, ਠੀਕ ਹੈ ਜੀ। ਲੇਕਿਨ ਕਦੇ ਕਦੇ ਕੁਐਸਚਨ ਆ ਜਾਂਦਾ ਕਿ ਸੰਵਿਧਾਨ ਸਭਾ ਦਾ ਪਹਿਲਾ ਪ੍ਰਧਾਨ ਕੌਣ ਸੀ, ਤਾਂ ਉਦੋਂ ਵੀ ਆਪਾਂ ਇਹੀ ਕਹਾਂਗੇ ਕਿ ਡਾਕਟਰ ਸਚਿਦਾਨੰਦ ਸਿਨਹਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ BN ਰਾਓ। ਸਰ BN ਰਾਓ ਨੂੰ ਸੰਵਿਧਾਨ ਸਭਾ ਦਾ ਜਿਹੜਾ ਹੈ ਉਹ ਕਾਨੂੰਨੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ। ਤਾਂ BN ਰਾਓ ਦੇ ਬਾਰੇ ਵੀ ਕੁਐਸਚਨ ਆਉਂਦਾ, ਇਸ ਦਾ ਵੀ ਧਿਆਨ ਰੱਖਣਾ। ਉਸ ਤੋਂ ਬਾਅਦ
11 ਨੂੰ ਅਸੀਂ ਕਹਿ ਸਕਦੇ ਹਾਂ ਇੱਕ ਅਗਲੀ ਮੀਟਿੰਗ ਜਿਹੜੀ ਹੈ ਉਹ 11 ਦਸੰਬਰ ਨੂੰ ਹੋਈ ਸੀ 1946 ਨੂੰ। ਫਿਰ ਇੱਕ ਮੀਟਿੰਗ ਹੋਈ ਸੀ 13 ਦਸੰਬਰ 1946 ਨੂੰ। 13 ਦਸੰਬਰ 1946 ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਇੱਕ ਉਦੇਸ਼ ਪ੍ਰਸਤਾਵ, ਓਬਜੈਕਟਿਵ ਰੈਸੋਲੂਸ਼ਨ ਬੋਲਦੇ ਇਹਨੂੰ ਇੰਗਲਿਸ਼ 'ਚ, ਉਦੇਸ਼ ਪ੍ਰਸਤਾਵ ਪੇਸ਼ ਕੀਤਾ ਸੀ ਜੋ ਬਾਅਦ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਬਣ ਗਿਆ ਸੀ। ਤਾਂ ਉਦੇਸ਼ ਪ੍ਰਸਤਾਵ ਦੇ ਵਿੱਚ ਮਤਲਬ ਉਦੇਸ਼ ਦੱਸੇ ਸੀ ਕਿ ਸੰਵਿਧਾਨ ਨੂੰ ਬਣਾਉਣ ਦਾ ਕੀ ਉਦੇਸ਼ ਹੋਣਾ ਚਾਹੀਦਾ। ਉਹ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੰਵਿਧਾਨ ਦਾ ਜੋ ਉਦੇਸ਼ ਪ੍ਰਸਤਾਵ ਸੀ ਉਹ ਬਾਅਦ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਬਣ ਚੁੱਕੀ ਸੀ। ਸਮਝ ਲਓ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਾਲਾ ਹੀ ਉਦੇਸ਼ ਪ੍ਰਸਤਾਵ ਸੀ। ਠੀਕ ਹੈ, ਉਹ ਜ਼ਿਆਦਾ ਕੁਐਸਚਨਸ ਆਉਂਦੇ ਨਹੀਂ ਹੈ ਪੇਪਰ ਦੇ ਵਿੱਚ, ਲੇਕਿਨ ਬਸ ਇੰਨਾ ਜ਼ਰੂਰ ਯਾਦ ਰੱਖਣਾ ਕਿ ਸੰਵਿਧਾਨ ਦੇ ਵਿੱਚ, ਸੰਵਿਧਾਨ ਸਭਾ ਦੇ ਵਿੱਚ ਜਿਹੜਾ ਉਦੇਸ਼ ਪ੍ਰਸਤਾਵ ਉਹ ਕਿਸ ਨੇ ਪੇਸ਼ ਕੀਤਾ ਸੀ? ਪੰਡਤ ਜਵਾਹਰ ਲਾਲ ਨਹਿਰੂ ਨੇ। ਕਦੋਂ ਪੇਸ਼ ਕੀਤਾ ਸੀ? 13 ਦਸੰਬਰ 1946 ਨੂੰ। ਅਗਰ ਪੁੱਛਿਆ ਜਾਵੇ ਕਿ ਜਿਹੜਾ ਉਦੇਸ਼ ਪ੍ਰਸਤਾਵ ਹੈ ਇਹ ਕਦੋਂ ਪਾਸ ਕੀਤਾ ਗਿਆ, ਤਾਂ ਇਹ ਕੀਤਾ ਗਿਆ ਸੀਗਾ 22 ਜਨਵਰੀ 1947 ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਫਿਰ ਸੰਵਿਧਾਨ ਜਿਹੜਾ ਹੈਗਾ ਤਿਆਰ ਕਰਨ ਦੇ ਲਈ ਕਮੇਟੀਆਂ ਬਣੀਆਂ। ਕਿਹੜੀ ਕਮੇਟੀ ਦਾ ਕੌਣ ਚੇਅਰਮੈਨ ਸੀ, ਕਿਸ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਸੀ? ਵੈਸੇ ਤਾਂ ਇੱਕ ਹੀ ਕਮੇਟੀ ਹੈ ਜਿਹਦੇ ਮੈਂਬਰ ਪੁੱਛੇ ਜਾਂਦੇ ਕਿੰਨੇ ਸੀ, ਉਹ ਹੈ ਖਰੜਾ ਕਮੇਟੀ ਜਾਂ ਫਿਰ ਇੰਗਲਿਸ਼ 'ਚ ਕਹਿੰਦੇ ਆ ਡਰਾਫਟਿੰਗ ਕਮੇਟੀ। ਇਹਨੂੰ ਮਸੌਦਾ ਕਮੇਟੀ ਵੀ ਪੰਜਾਬੀ ਦੇ ਵਿੱਚ ਕਿਹਾ ਜਾਂਦਾ। ਉਹਦੇ ਚੇਅਰਮੈਨ ਕੌਣ ਸੀ? ਡਾਕਟਰ BR ਅੰਬੇਦਕਰ। ਉਸ ਜਿਹੜੀ ਕਮੇਟੀ ਦੇ ਵਿੱਚ ਯਾਨੀ ਕਿ ਮਸੌਦਾ ਕਮੇਟੀ ਦੇ ਵਿੱਚ ਕੁੱਲ ਮੈਂਬਰ ਕਿੰਨੇ ਸੀ? 7 ਸੀਗੇ। ਕੁੱਲ ਮੈਂਬਰ ਕਿੰਨੇ ਸੀਗੇ? 7। ਇਹ ਯਾਦ ਰੱਖਣਾ ਔਰ ਇਹਨਾਂ 7 ਦੇ ਨਾਮ ਵੀ ਤੁਸੀਂ ਯਾਦ ਰੱਖਣਾ। 7 ਦੇ ਵਿੱਚੋਂ ਇੱਕ ਤਾਂ ਡਾਕਟਰ BR ਅੰਬੇਦਕਰ ਆਪ ਹੀ ਸੀਗੇ ਜੋ ਕਿ ਚੇਅਰਮੈਨ ਸੀ। ਬਾਕੀ ਦੇ 6 ਦੇ ਨਾਮ ਵੀ ਜ਼ਰੂਰ ਯਾਦ ਰੱਖਣੇ ਚਾਹੀਦੇ ਆ ਕਿਉਂਕਿ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਪਣੇ ਸੰਵਿਧਾਨ ਦੇ ਲਈ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਨੂੰ ਸਟੱਡੀ ਕੀਤਾ ਗਿਆ। ਜੋ ਚੀਜ਼ ਉਹਨਾਂ ਤੋਂ ਚੰਗੀ ਲੱਗੀ ਉਸ ਨੂੰ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ। ਸਿਰਫ ਚੰਗੀ ਲੱਗਣਾ ਹੀ ਨਹੀਂ ਦੇਖਿਆ ਗਿਆ, ਇਹ ਵੀ ਦੇਖਿਆ ਗਿਆ ਕਿ ਸਾਡੇ ਦੇਸ਼ ਦੇ ਵਿੱਚ ਉਹ ਗੱਲ ਸੂਟ ਕਰੇਗੀ ਜਾਂ ਨਹੀਂ। ਯਾਨੀ ਕਿ ਸਾਡੇ ਦੇਸ਼ ਦੀ ਜੋ ਇਕੋਨਮੀ ਆ ਜਾਂ ਉਸ ਸਮੇਂ ਦੇ ਜੋ ਅਮੀਰੀ ਗਰੀਬੀ ਸਭ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੀਆਂ ਜੋ ਚੰਗੀਆਂ ਚੀਜ਼ਾਂ ਅਸੀਂ ਆਪਣੇ ਸੰਵਿਧਾਨ 'ਚ ਪਾ ਸਕਦੇ ਸੀ ਉਹ ਪਾਈਆਂ ਗਈਆਂ। ਉਸ ਤੋਂ ਬਾਅਦ ਉਹ ਕਿਹੜੇ ਦੇਸ਼ਾਂ ਤੋਂ ਕਿਹੜੀਆਂ ਚੀਜ਼ਾਂ ਲਈਆਂ, ਇਸ ਤੋਂ ਬਾਅਦ ਟੌਪਿਕ ਉਹ ਵੀ ਬਣਦਾ, ਉਹ ਵੀ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਲੇਕਿਨ ਆਪਾਂ ਸਮਝ ਲਓ ਇਹ ਜਿਹੜਾ ਵਿੱਚ ਵਾਲਾ ਆਪਾਂ ਪੋਰਸ਼ਨ ਛੱਡ ਰਹੇ ਹਾਂ ਵੀ ਕਿਹੜੀਆਂ ਕਮੇਟੀ ਸੀ ਉਹਨਾਂ ਦੇ ਤਾਂ ਚੇਅਰਮੈਨ ਕਰਾਂਗੇ, ਲੇਕਿਨ ਉਸ ਤੋਂ ਬਾਅਦ ਕੀ ਕੁਛ ਹੋਇਆ ਉਹ ਆਪਾਂ ਫਿਰ ਕਰਾਂਗੇ। ਲੇਕਿਨ ਆਪਾਂ ਹੁਣ ਸਿੱਧਾ ਐਂਡ 'ਤੇ ਆਉਂਦੇ ਇੱਕ ਵਾਰੀ। ਤਾਂ ਸੰਵਿਧਾਨ ਜਦੋਂ ਬਣ ਕੇ ਤਿਆਰ ਹੋਇਆ ਤਾਂ ਉਹ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ। ਠੀਕ ਹੈ, ਉਸ ਦਿਨ ਪ੍ਰਧਾਨ ਨੇ ਦਸਤਖਤ ਕੀਤੇ ਸੀਗੇ ਸੰਵਿਧਾਨ ਸਭਾ ਦੇ ਵਿੱਚ, ਪ੍ਰਧਾਨ ਡਾਕਟਰ ਰਾਜਿੰਦਰ ਪ੍ਰਸਾਦ। ਉਸ ਤੋਂ ਬਾਅਦ ਅਸੈਂਬਲੀ ਦੇ ਜਿਹੜੇ ਬਾਕੀ ਮੈਂਬਰ ਸੀ ਉਹਨਾਂ ਨੇ ਵੀ ਦਸਤਖਤ ਕੀਤੇ। ਇਸ ਤਰ੍ਹਾਂ ਜਿਹੜਾ ਸੰਵਿਧਾਨ ਹੈ ਉਹ 26 ਨਵੰਬਰ 1949 ਨੂੰ ਤਿਆਰ ਹੋ ਗਿਆ। ਠੀਕ ਹੈ, ਪਰ ਲਾਗੂ ਨਹੀਂ ਕੀਤਾ ਕਿਉਂਕਿ ਲਾਗੂ ਕੀਤਾ ਸੀ 2 ਮਹੀਨੇ ਬਾਅਦ 26 ਜਨਵਰੀ 1950 ਨੂੰ। ਹੁਣ ਇਹ 2 ਮਹੀਨੇ ਦਾ ਜਿਹੜਾ ਗੈਪ ਪਾਇਆ ਗਿਆ ਉਹ ਕਿਉਂ ਪਾਇਆ ਗਿਆ? ਉਹ ਇਸ ਲਈ ਪਾਇਆ ਗਿਆ ਕਿਉਂਕਿ ਜੇ ਆਪਾਂ ਗੱਲ ਕਰੀਏ 1929 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਸੈਸ਼ਨ ਹੋਇਆ ਸੀ ਕਾਂਗਰਸ ਦਾ ਜੋ ਕਿ ਹਰ ਸਾਲ ਹੁੰਦਾ ਸੀਗਾ। ਠੀਕ ਹੈ ਜੀ। ਉਦੋਂ ਪੁੱਛਿਆ ਜਾਂਦਾ ਕਿ ਪ੍ਰਧਾਨ ਕਿਸ ਨੇ ਕੀਤੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਸ ਸਮੇਂ? ਤਾਂ ਉਸ ਸਮੇਂ ਪ੍ਰਧਾਨਗੀ ਜੋ ਕੀਤੀ ਸੀ ਉਹ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਠੀਕ ਹੈ ਜੀ। ਔਰ ਲਾਹੌਰ ਦੇ ਵਿੱਚ ਇਹ ਸੈਸ਼ਨ ਹੋਇਆ ਸੀ। ਕਈ ਵਾਰ ਤਾਂ ਨਦੀ ਵੀ ਪੁੱਛ ਲੈਂਦੇ ਆ ਕਿ 1929 ਦਾ ਜਿਹੜਾ ਕਾਂਗਰਸ ਦਾ ਸੈਸ਼ਨ ਕਿਸ ਨਦੀ ਦੇ ਕਿਨਾਰੇ ਹੋਇਆ? ਤਾਂ ਲਾਹੌਰ ਮਤਲਬ ਯਾਨੀ ਕਿ ਰਾਵੀ ਨਦੀ ਦੇ ਕਿਨਾਰੇ। ਉਦੋਂ ਸੰਪੂਰਨ ਸਵਰਾਜ ਦੀ ਜਿਹੜੀ ਹੈ ਉਹ ਅਪਣਾਇਆ ਗਿਆ ਸੀ ਜਾਂ ਮੰਗ ਕੀਤੀ ਗਈ ਸੀ। ਉਦੋਂ ਇੱਕ ਡਿਸਾਈਡ ਕੀਤਾ ਸੀ ਕਿ ਅਗਲੇ ਸਾਲ 1930 ਤੋਂ ਅਸੀਂ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਵਾ ਕਰਾਂਗੇ। ਇਸ ਤਰ੍ਹਾਂ ਉਹਨਾਂ ਨੇ ਹਰ ਸਾਲ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਉਣਾ ਸ਼ੁਰੂ ਕਰਤਾ। ਪਰ ਸਾਡਾ ਸਹੀ ਭਾਰਤ ਦਾ ਜਿਹੜਾ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਹੁਣ ਅਸੀਂ ਦੋ ਆਜ਼ਾਦੀ ਦਿਵਸ ਕਿਵੇਂ ਮਨਾ ਸਕਦੇ ਹਾਂ? ਠੀਕ ਹੈ, ਇਸ ਲਈ ਉਸ 26 ਜਨਵਰੀ ਦੀ ਯਾਦ ਦੇ ਵਿੱਚ ਜਿਹੜਾ ਸੀਗਾ ਸੰਵਿਧਾਨ ਨੂੰ ਹੀ 2 ਮਹੀਨੇ ਲੇਟ ਕਰਕੇ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਅੱਗੇ ਤਾਂ ਡਾਕਟਰ BR ਅੰਬੇਦਕਰ ਨੂੰ ਠੀਕ ਹੈ ਭਾਰਤੀ ਸੰਵਿਧਾਨ ਦਾ ਜਿਹੜਾ ਪਿਤਾਮਾ ਮੰਨਿਆ ਜਾਂਦਾ। ਇਹਨਾਂ ਨੂੰ ਮਾਡਰਨ ਮੰਨੂ ਵੀ ਕਿਹਾ ਜਾਂਦਾ ਹੈ। ਮਾਡਰਨ ਮੰਨੂ ਕਿਉਂਕਿ ਉਸ ਕਿਹਾ ਜਾਂਦਾ ਕਿ ਜੋ ਮੰਨੂ ਸਮਰਿਤੀ ਸੀ ਉਹ ਵੀ ਇੱਕ ਤਰ੍ਹਾਂ ਦੀ ਜੋ ਸੰਵਿਧਾਨ ਹੀ ਮੰਨਿਆ ਜਾਂਦਾ ਸੀ। ਇਸ ਤਰੀਕੇ ਨਾਲ ਆਪਾਂ ਮਾਡਰਨ ਮੰਨੂ ਵੀ ਕਹਿ ਸਕਦੇ ਡਾਕਟਰ BR ਅੰਬੇਦਕਰ ਨੂੰ। ਸੰਵਿਧਾਨ ਨੂੰ ਬਣਨ ਦੇ ਲਈ ਜਿਹੜਾ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ। ਠੀਕ ਹੈ ਜੀ। ਇਹ ਉਦੇਸ਼ ਪ੍ਰਸਤਾਵ ਪਾਸ ਹੋਣ ਦੀ ਤਰੀਕ ਸੀਗੀ 22 ਜਨਵਰੀ 1947। ਇੱਕ ਤੁਹਾਨੂੰ 22 ਜਨਵਰੀ, ਇੱਕ ਤੁਹਾਨੂੰ 22 ਜੁਲਾਈ ਵੀ ਮਿਲੂਗੀ। 22 ਜੁਲਾਈ 1947 ਉਹ ਸੀਗੀ ਜੋ ਅਸੀਂ ਨੈਸ਼ਨਲ ਫਲੈਗ ਹੈ ਸਾਡਾ ਤਿਰੰਗਾ ਉਸ ਨੂੰ ਅਪਣਾਇਆ ਸੀ ਉਸ ਦਿਨ। ਉਹ ਅਤੇ ਇਹ ਤਰੀਕ ਸੇਮ ਜੀ ਲੱਗਦੀ ਹੈ, ਬਸ ਜਨਵਰੀ ਅਤੇ ਜੁਲਾਈ ਦਾ ਹੀ ਫਰਕ ਹੈ। ਇਹ ਥੋੜ੍ਹਾ ਜਿਹਾ ਧਿਆਨ ਰੱਖਣਾ ਪਏਗਾ। ਅਗਰ ਇੰਪੋਰਟੈਂਸ ਕਮੇਟੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਡਰਾਫਟਿੰਗ ਕਮੇਟੀ ਹੈ। ਡਰਾਫਟਿੰਗ ਕਮੇਟੀ ਦੇ ਜੋ ਚੇਅਰਮੈਨ ਸੀ ਡਾਕਟਰ BR ਅੰਬੇਦਕਰ ਸੀ।
ठीक है जी, इन्हों ध्यान च रखना है। उस तो बाद अलादी कृष्णा स्वामी अय्यर, गोपाला स्वामी अय्यर, KM मुंशी, मुहम्मद सादुल्ला, माधव राव, कृष्णमचारी, ये जो 7 मैंबर कमेटी के मसौदा कमेटी के मैंबर सन, यानी कि ड्राफ्टिंग कमेटी के। उस तो बाद एक फ्लैग कमेटी बनी सी JB कृपलानी। उस तो बाद एक यूनियन कॉन्स्टिट्यूशन कमेटी बनी सी जवाहर लाल नेहरू। देखो यूनियन आ रहा ना, इत्थे थोड़ा जिहा ध्यान रखना, क्योंकि यूनियन गौरमेंट का जो प्रधान है कौन हुंदा, प्रधानमंत्री, तो इस करके पहले प्रधानमंत्री इत्थों थोड़ा जिहा याद रखियो, ठीक है। एक फ्लैग कमेटी का JB कृपलानी सी, एक आंदी है फंडामेंटल राइट्स सब कमेटी, ठीक है, उदों भी ध्यान रखना JB कृपलानी है। प्रोविंशियल कॉन्स्टिट्यूशन कमेटी, प्रोविंशियल का मतलब स्टेट कह सकते आप, ठीक है, स्टेट जी कॉन्स्टिट्यूशन कमेटी है उनका सरदार वल्लभ भाई पटेल नूं, क्योंकि इन्हों का बहुत वड्डा रोल सी, सारिया रियासतों नूं मनाउणा, इंडिया के शामिल करना, इन्हों का बहुत वड्डा रोल सी। इस करके जो प्रोविंशियल है, जो स्टेट्स है, क्योंकि जो राजे मिलणगे अगर इंडिया के अगर वो मिल के एक देश बना रहे हैं तो इट मीनस वो स्टेट च ही कन्वर्ट होणगे, राजे किसी ना किसी, तो स्टेट के हक के लिए जो कुछ भी गल की जाएगी, जिस बंदे ने मनाया उसनों ही उसका चेयरमैन बनाया जाएगा तो ज़्यादा वधिया। इस करके सरदार वल्लभ भाई पटेल नूं याद रखो कि प्रोविंशियल कॉन्स्टिट्यूशन कमेटी का चेयरमैन बनाया गया। उस तो बाद यूनीयन पावर कमेटी, यूनीयन पावर वैसे ही देखो कि कोल हुंदी है यूनीयन की पावर प्रधानमंत्री को, प्रधानमंत्री पहले कौन सी, जवाहर लाल नेहरू। इसलिए यूनीयन पावर कमेटी का चेयरमैन किन्होंने बनाया गया सी, जवाहर लाल नेहरू ने। उस तो बाद कमेटी ऑन फंडामेंटल राइट्स एंड मिनोरिटी, देखो जे तो सब कमेटी पूछा गया फंडामेंटल राइट की, फिर तो JB कृपलानी है। हुण इन्होंने पूछा कमेटी ऑन फंडामेंटल राइट्स, फंडामेंटल राइट्स का मतलब मौलिक अधिकार, मिनोरिटीज़ का मतलब घट गिणती वाले, तो इन्हों के लिए जो देखो हुण सारे राजे नूं मनाया, कोई राजे दा जो किसी राज दे विच जो हैगा मुस्लिम सीगे, किसी राज दे विच हिंदू ज़्यादा सी, किसी राज दे विच कोई होर धर्म के ज़्यादा सी, तो इस तरह जो वक्रे वक्रे राजे नूं मनाया गया तो मिनोरिटीज़ की भी तो गल आएगी। तो इस करके आप कह सकते जो बंदा राजिਆਂ ਨੂੰ मना रहा तो वह मिनोरिटी का भी ध्यान रखना होंगे ही काम, समझ लो। इस करके सरदार वल्लभ भाई पटेल नूं जिहड़ा आपां कह सकते हैं, लॉजिक लगवा रहे हैं, आप यह नहीं कह सकते कि सेम इदा ही होया है, ठीक है। तो उन्होंने सरदार वल्लभ भाई पटेल नूं उनका चेयरमैन लगाएगा। लेकिन ये फिर कह रहा है, याद रखियो कि अगर फंडामेंटल राइट की सब कमेटी का पूछा गया तो JB कृपलानी आएगा। फिर स्पैशल कमेटी टू एग्जामिन द ड्राफ्ट ऑफ कॉन्स्टिट्यूशन, ठीक है, इस चीज़ का ध्यान रखना। चेयरमैन अलादी कृष्णा स्वामी अय्यर सी, ठीक है। जो स्पैशल कमेटी बनाई गई सी एग्जामिन करने के लिए, जो ड्राफ्ट सी, जो ड्राफ्ट तैयार हो रहा है उन्होंने देखने के लिए, उनकी जाँच करने के लिए जो एक स्पैशल कमेटी बनाई गई सी, उनका जिहड़ा अलादी कृष्णा स्वामी अय्यर नूं चेयरमैन बनाया गया सी, ठीक है। ध्यान रखो इत्थे डॉक्टर BR अंबेडकर नाल ड्राफ्ट देख के कन्फ्यूज़ ना हो जाए, इस करके ध्यान रखना। हाँ ये जरूर है कि अलादी कृष्णा स्वामी अय्यर जो ड्राफ्टिंग कमेटी से उन्होंने 7 मैंबरों के विचों एक सन। उस तो बाद फाइनैंस एंड स्टाफ कमेटी, सानू पता है जो संविधान सभा का प्रधान है, देखो आम तौर पर देखा इन्हों का फाइनैंस का, अगर कोई भी मान लो कमेटी बनती है जो फाइनैंस पैसा है, ठीक है, अगर प्रधान नूं पता तो होना चाहिए ना पैसा, स्टाफ भी समझ लो प्रधान ही चुन के रखता, जो मान लो असी अगर कोई कमेटी बनाई तो जो प्रधान है वही फाइनैंस भी देख सकता है, उन्हें पता होना चाहिए कि मेरी कमेटी के कितों कितों कितना पैसा आ रहा, प्लस नाल उन्होंने स्टाफ का भी होंगे भी स्टाफ कौन कौन है किन्ना है, ठीक है। इस करके प्रधान की जिम्मेवारी बन जाती है। तो इतों असीं लॉजिक लगा सकते हैं कि फाइनैंस के स्टाफ कमेटी का जो चेयरमैन कौन सी, डॉक्टर राजेंद्र है, क्योंकि संविधान सभा के प्रधान सन। उस तो बाद अडॉक कमेटी ऑन सुप्रीम कोर्ट, तो इन्हों का याद रखना एक अडॉक कमेटी बनाई गई थी सुप्रीम कोर्ट के लिए, ठीक है। तो ये कौन है जी, वरदाचार्य, ठीक है। इस वरदाचार्य याद रखना है, बहुत इंपॉर्टेंट नहीं है ये क्वेश्चन, पर फिर भी चलो थोड़ा जहा पढ़ लो। उस बाद अडॉक कमेटी ऑन नैशनल फ्लैग, ये अडॉक कमेटी ऑन नैशनल फ्लैग है तो डॉक्टर राजेंद्र प्रसाद, ये ध्यान रखना है अडॉक कमेटी का डॉक्टर राजेंद्र प्रसाद है, ठीक है। अगर वैसे फ्लैग कमेटी आए तो JB कृपलानी, ये ध्यान रखना है। देखो एक पासे तो उन्होंने सब कमेटी का बनाता सी फंडामेंटल राइट का, इधर अडॉक कमेटी का जो डॉक्टर राजेंद्र प्रसाद, थोड़ा उल्टा है, थोड़ा ध्यान रखना है। एक बारी अडॉक कमेटी का बने या कह लो सब कमेटी का बने, और एक बारी एक मेन कमेटी का बने, तो मेन नैशनल फ्लैग वाली कमेटी का JB कृपलानी, तो अडॉक कमेटी जी नैशनल फ्लैग की वो डॉक्टर राजेंद्र प्रसाद। उस तो बाद कमेटी ऑन चीफ कमिश्नर प्रोविंसेस, देखो चीफ कमिश्नर प्रोविंसेस वेरी इंपॉर्टेंट, जो तुहानूं दस्सिया सीगा कि 4 सी उस समय दे विच, और एक मैंबर जिहड़ा चुन के भी आया सीगा, तो पिताबी सीतारामैया उन्होंने चेयरमैन से, चीफ कमिश्नर प्रोविंस सी उन्होंने कि कौन उन्होंने कमेटी का चेयरमैन किन्होंने बनाया गया सी, पिताबी सीतारामैया। अच्छा एक चीज़ होर याद रखना है, एक
ਕਮੇਟੀ ਆਉਂਦੀ ਹੁੰਦੀ ਹਾਊਸ ਕਮੇਟੀ, ਉਹ ਬਹੁਤ ਇੰਪੋਰਟੈਂਟ ਪੇਪਰਾਂ 'ਚ ਆਉਂਦੀ ਹੁੰਦੀ ਹੈ। ਹਾਊਸ ਕਮੇਟੀ ਦਾ ਚੇਅਰਮੈਨ ਵੀ, ਹਾਊਸ ਦਾ ਦੇਖੋ ਆਪਣੇ ਆਮ ਤੌਰ 'ਤੇ ਹਾਊਸ ਦੇ ਵਿੱਚ ਕੌਣ ਹੁੰਦਾ, ਮੇਨ ਪਿਤਾ ਹੀ ਹੁੰਦਾ, ਤਾਂ ਬਸ ਇੱਥੋਂ ਵੀ ਯਾਦ ਰੱਖਣਾ ਪਿਤਾਬੀ ਸੀਤਾਰਾਮਈ। ਤਾਂ ਇਹ ਸਾਡੀਆਂ ਕਮੇਟੀਆਂ ਸੀ। ਅਗਰ ਕੁਛ 1-2 ਕਮੇਟੀਆਂ ਰਹਿ ਜਾਂਦੀਆਂ ਤਾਂ ਅਸੀਂ MCQ ਜਦੋਂ ਲਗਾਵਾਂਗੇ ਉਹਦੇ ਵਿੱਚ ਸਾਰੇ ਕੁਐਸਚਨਸ ਕਵਰ ਕਰਾਂਗੇ, ਜੋ ਵਿੱਚੋਂ ਜਿਸ ਤਰ੍ਹਾਂ ਦੇਖੋ ਹੁਣ ਅਗਰ ਗੱਲ ਕਰੀਏ ਸੰਵਿਧਾਨ ਦੀ ਅਸਲ ਸ਼ੋਰਟ ਦੇ ਵਿੱਚ ਕਰਵਾਇਆ, ਠੀਕ ਹੈ। ਇਹਦੇ ਵਿੱਚ ਹੁਣ ਆਪਾਂ ਮੁਸਲਿਮ ਲੀਗ ਬਾਅਦ ਵਿੱਚ ਆ ਵੀ ਜਾਂਦੀ ਹੈ, ਉਹਨਾਂ ਦੇ ਕੁਛ ਮੈਂਬਰ ਵੀ ਐਡ ਹੋ ਜਾਂਦੇ ਆ, ਅਤੇ ਜੋ ਰਿਆਸਤਾਂ ਸੀ ਉਹਨਾਂ ਦੇ ਮੈਂਬਰ ਵੀ ਬਾਅਦ ਵਿੱਚ ਆ ਜਾਂਦੇ ਆ, ਕਿਉਂਕਿ ਜਿਹੜਾ 1947 ਦੇ ਵਿੱਚ ਐਕਟ ਆਉਂਦਾ, ਠੀਕ ਹੈ, ਜਾਂ ਕਹਿ ਲਓ ਵੀ 3 ਜੂਨ ਨੂੰ ਜਿਹੜਾ ਮਾਊਂਟ ਬੈਟਨ ਪਲਾਨ ਆਉਂਦਾ, ਉਸ ਤੋਂ ਬਾਅਦ ਪਤਾ ਚੱਲ ਜਾਂਦਾ ਕਿ ਵੀ ਹੁਣ 2 ਦੇਸ਼ ਬਣਨ ਵਾਲੇ ਹੈ। ਅਤੇ ਜੋ ਮੁਸਲਿਮ ਲੀਗ ਦੇ ਲੋਕ ਜਾਂ ਮੈਂਬਰ ਜਿੱਤੇ ਹੋਏ ਸੀ ਉਹ ਜਦੋਂ ਇੰਡੀਆ ਦੇ ਵਿੱਚ ਰਹਿ ਜਾਂਦੇ ਆ, ਪਾਕਿਸਤਾਨ ਨਹੀਂ ਜਾਂਦੇ, ਤਾਂ ਉਹ ਵੀ ਜੁਆਇਨ ਕਰ ਲੈਂਦੇ ਆ। ਰਿਆਸਤਾਂ ਨੂੰ ਵੀ ਥੋੜ੍ਹਾ ਜਿਹਾ ਡਰ ਪੈ ਜਾਂਦਾ ਕਿ ਹੁਣ 2 ਦੇਸ਼ ਬਣੇ ਆ, ਸਾਡੇ ਨਾਲ ਪਤਾ ਨਹੀਂ ਕੀ ਹੋਏਗਾ, ਇਸ ਕਰਕੇ ਉਹ ਵੀ ਸੋਚਦੇ ਆ ਕਿ ਜਿਹੜਾ ਹੈਗਾ ਆਪਾਂ ਸੰਵਿਧਾਨ ਸਭਾ ਨੂੰ ਹੀ ਜੁਆਇਨ ਕਰ ਲਈਏ। ਇਸ ਤਰ੍ਹਾਂ ਬਾਅਦ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਘੱਟ ਜਾਂਦੀ ਹੈ, 399 ਤੋਂ ਘੱਟ ਜਾਂਦੇ ਆ। ਆਪਾਂ ਉਹ ਸਾਰਾ ਬਾਅਦ ਵਿੱਚ ਡਿਟੇਲ ਹੋਰ ਕਰਾਂਗੇ। ਤਾਂ ਅੱਜ ਲਈ ਸਿਰਫ ਇੰਨਾ ਹੀ। ਤੁਹਾਡਾ ਬਹੁਤ ਬਹੁਤ ਧੰਨਵਾਦ।